ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਸੇਵਿਆ ਤਿਨ ਪਾਇਆ ਮਾਨ। ਭਾਵ ਅਰਥ, ਜਿਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਨੂੰ ਸੇਵਿਆ ਹੈ ਉਹਨਾਂ ਨੂੰ ਹੀ ਸੱਚੀ ਦਰਗਾਹ ਵਿਖੇ ਮਾਨ ਤੇ ਸੰਸਾਰ ਵਿਖੇ ਸੋਭਾ ਮਿਲਦੀ ਹੈ। ਧਰੂ ਭਗਤ ਜੀ ਵੱਡੇ ਮਹਾਤਮਾ ਜਨ ਬਾਲਕ ਸਨ। ਇਹਨਾਂ ਦੀ ਮਾਤਾ ਸੁਰੁਚੀ ਨੂੰ ਰਾਜੇ ਉਦਾਨਪਾਦ ਨੇ ਤਿਆਗ ਛੱਡਿਆ ਸੀ। ਇਸ ਕਰਕੇ ਇਹ ਦੂਸਰੀ ਜਗ੍ਹਾ ਰਹਿ ਰਹੇ ਸਨ ਜਾਂ ਸਮਾਂ ਪਾ ਕੇ ਕੁਛ ਸੁਰਤ ਸੰਭਾਲ ਲਿੱਤੀ। ਬਾਲਕਾਂ ਵਿਖੇ ਖੇਡਣ ਲੱਗੇ। ਇੱਕ ਦਿਨ ਆਪੇ ਵਿੱਚ ਹੀ ਮੀਟੀ ਸਿਰ ਆਉਣ ਕਰਕੇ ਝਗੜਾ ਹੋ ਪਿਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਬਾਲਕ ਨੇ ਆਖਿਆ ਕਿ ਚੱਲ ਓਏ, ਤੂੰ ਵੀ ਬੋਲਣ ਜੋਗਾ ਹੈ। ਤੇਰੀ ਮਾਂ ਨੇ ਤਾਂ ਤੈਨੂੰ ਹਰਾਮ ਦਾ ਜਣਿਆ ਹੈ, ਜਾਂ ਸਾਡੇ ਨਾਲ ਨਾ ਖੇਡ। ਇਹ ਬਾਤ ਧਰੂ ਭਗਤ ਜੀ ਨੂੰ ਖਾ ਗਈ ਤੇ ਉਸੇ ਸਮੇਂ ਆਪਣੀ ਮਾਂ ਦੇ ਪਾਸ ਆਏ। ਮਾਈ ਨੇ ਆਖਿਆ ਕਿ ਪੁੱਤਰ ਜੀ, ਅੱਜ ਤੁਹਾਡਾ ਚਿਹਰਾ ਉਦਾਸੀ ਵਿਖੇ ਹੈ, ਕੀ ਕਾਰਨ ਹੈ? ਭਗਤ ਜੀ ਨਾ ਬੋਲੇ। ਮਾਤਾ ਨੇ ਬਾਲਕ ਨੂੰ ਗੋਦੀ ਵਿਖੇ ਬਿਠਾਇਆ ਤੇ ਪੁੱਛਣ ਲੱਗੀ ਕਿ ਕਹੋ ਪੁੱਤਰ ਜੀ, ਕੀ ਕਾਰਨ ਹੈ? ਤੂੰ ਅੱਜ ਉਦਾਸ ਹੈ? ਸਿਰ ਮੂੰਹ ਚੁੰਮ ਕੇ ਪਿਆਰ ਦਿਲਾਸਾ ਦਿੱਤਾ। ਬਥੇਰਾ ਆਖ ਰਹੀ ਹੈ, ਪਰ ਭਗਤ ਜੀ ਨਾ ਹੀ ਬੋਲੇ। ਕੁਝ ਸਮਾਂ ਬੀਤਣ ਮਗਰੋਂ ਮਾਈ ਪਾਸ ਬੈਠ ਕੇ ਬੇਨਤੀ ਕਰਨ ਲੱਗੇ ਕਿ ਮਾਤਾ ਜੀ, ਤੁਸੀਂ ਦੱਸੋ ਸਾਂ ਮੇਰੇ ਪਿਤਾ ਜੀ ਦਾ ਕੀ ਨਾਮ ਹੈ ਤੇ ਉਹ ਕਿੱਥੇ ਰਹਿੰਦੇ ਹਨ? ਮਾਤਾ ਨੇ ਆਖਿਆ, ਪੁੱਤਰ ਤੈਨੂੰ ਕੀ ਵਿਚਾਰ ਹੋਈ ਹੈ? ਤੂੰ ਅਜੇ ਬਾਲਕ ਹੈ, ਖੇਡ ਮੱਲ। ਅਜਿਹੇ ਫਿਕਰ ਕਰਨੇ ਜੋਗਾ ਨਹੀਂ ਹੋਇਆ। ਭਾਵੇਂ ਇਸ ਤਰ੍ਹਾਂ ਬਾਲਕ ਨੂੰ ਤਾਂ ਸਮਝਾਇਆ, ਪਰ ਮਾਤਾ ਦੀਆਂ ਅੱਖੀਆਂ ਵਿੱਚੋਂ ਪ੍ਰੇਮ ਤੇ ਦੁੱਖ ਨਾਲ ਜਲ ਫੁੱਟ ਪਿਆ ਤੇ ਫੁੱਟ ਫੁੱਟ ਕੇ ਰੋਣ ਲੱਗੀ ਔਰ ਥੱਲਿਆ ਨਾ ਜਾਵੇ। ਭਗਤ ਜੀ ਨੇ ਸਮਝਾਇਆ ਤੇ ਕਿਹਾ ਕਿ ਮਾਤਾ ਜੀ, ਤੁਸੀਂ ਕਿਉਂ ਰੁਦਨ ਕਰਦੇ ਹੋ? ਰੋਣਾ ਚੰਗਾ ਨਹੀਂ ਹੁੰਦਾ। ਜੋ ਗੁਜ਼ਰ ਗਿਆ ਸੋ ਚੰਗਾ ਹੀ ਹੈ, ਪਰ ਮੈਨੂੰ ਇਹ ਸਮਝਾਵੋ ਕਿ ਮੇਰੇ ਪਿਤਾ ਜੀ ਦਾ ਕਿੱਥੇ ਵਸੇਰਾ ਹੈ ਤੇ ਉਹ ਕੀ ਕੰਮ ਕਰਦੇ ਹਨ? ਮਾਤਾ ਨੇ ਕਿਹਾ ਕਿ ਬੇਟਾ, ਤੂੰ ਜਾਣ ਦੇ ਇਸ ਵਿੱਚੋਂ ਕੀ ਕੱਢਣਾ ਹੈ, ਪਰ ਬਾਲਕ ਦਾ ਹੱਠ ਬੁਰਾ ਹੁੰਦਾ ਹੈ। ਭਗਤ ਜੀ ਕਹਿਣ ਲੱਗੇ, ਮਾਤਾ ਜੀ, ਮੈਂ ਸੱਚਮੁੱਚ ਹੀ ਹਰਾਮਜ਼ਾਦਾ ਹੋਵਾਂਗਾ ਜਿਸ ਕਰਕੇ ਮੇਰੀ ਮਾਤਾ ਮੈਨੂੰ ਪਤਾ ਨਹੀਂ ਦੱਸਦੀ। ਫਿਰ ਆਖਣ ਲੱਗੇ ਕਿ ਹੇ ਮਾਤਾ ਜੀ, ਤੁਸੀਂ ਸੱਚ ਹੀ ਮੈਨੂੰ ਹਰਾਮ ਦਾ ਜਣਿਆ ਹੈ, ਕਿਉਂਕਿ ਤੁਸੀਂ ਦੱਸਦੇ ਨਹੀਂ। ਮਾਤਾ ਨੇ ਕਿਹਾ, ਹੇ ਪੁੱਤਰ ਜੀ, ਤੁਸੀਂ ਤਾਂ ਇਸੇ ਹੀ ਦੇਸ਼ ਦੇ ਰਾਜੇ ਦੇ ਪੁੱਤਰ ਹੋ। ਮੇਰੇ ਪਰ ਰਾਜਾ ਜੀ ਕਿਸੇ ਅਪਰਾਧ ਕਰਕੇ ਗੁੱਸੇ ਹੋ ਗਏ ਸੀ ਤੇ ਮੈਨੂੰ ਕੱਢ ਛੱਡਿਆ ਹੈ। ਉਸ ਵੇਲੇ ਤੁਸੀਂ ਮੇਰੇ ਗਰਭ ਵਿਖੇ 3 ਮਹੀਨਿਆਂ ਦੇ ਬਾਲਕ ਸੀ। ਫਿਰ ਮੈਂ ਲੋਕਾਂ ਦਾ ਪੀਣਾ ਕੱਤਣਾ ਕਰਕੇ ਨਿਰਵਾਹ ਕਰਦੀ ਰਹੀ, ਜਿਹੜਾ ਕਿ ਹੁਣ ਤੱਕ ਵੇਖ ਰਿਹਾ ਹੋ। ਜੋ ਮੈਂ ਕੱਪੜਾ ਸਿਉਂ ਕੇ ਇਹ ਬਾਲ ਖਿਡਾ ਕੇ ਪੀਣਾ ਕਰਕੇ ਰੋਟੀ ਪਕਾ ਕੇ ਨਿਰਵਾਹ ਕਰ ਰਹੀ ਹਾਂ। ਕੁਝ ਸਮਾਂ ਪਾ ਕੇ ਤੇਰਾ ਜਨਮ ਮੇਰੇ ਘਰ ਹੋਇਆ ਸੀ। ਸੋ ਮੇਰੇ ਪਿਆਰੇ ਪੁੱਤਰ ਜੀ, ਤੁਹਾਨੂੰ ਕਿਵੇਂ ਮਾਲੂਮ ਹੋਇਆ ਹੈ ਕਿ ਮੈਂ ਹਰਾਮ ਦਾ ਹਾਂ? ਧਰੂ ਜੀ ਨੇ ਆਖਿਆ ਕਿ ਮੈਨੂੰ ਬਾਲਕਾਂ ਨੇ ਤਾਨੇ ਮਾਰੇ ਹਨ, ਇਸ ਕਰਕੇ ਮੈਂ ਪੁੱਛਦਾ ਰਿਹਾ ਹਾਂ। ਸੋ ਹੁਣ ਮਾਲੂਮ ਹੋ ਗਿਆ ਹੈ ਕਿ ਮੈਂ ਤਾਂ ਰਾਜੇ ਦਾ ਪੁੱਤਰ ਹਾਂ। ਮੇਰੇ ਧਿਆਨ ਵਿਖੇ ਇਹ ਬਾਤ ਆਉਂਦੀ ਹੈ ਕਿ ਮੈਂ ਰਾਜੇ ਪਾਸ, ਜਿਹੜਾ ਕਿ ਮੇਰਾ ਪਿਤਾ ਹੈ, ਜਾਵਾਂ ਤੇ ਤੁਹਾਡੇ ਦੁੱਖ ਨੂੰ, ਜਿਹੜਾ ਕਿ ਤੁਸੀਂ ਪੀਣਾ ਕਰਕੇ ਗੁਜ਼ਾਰਾ ਕਰਦੇ ਹੋ, ਦੱਸ ਕੇ ਨਿਵਰਤ ਕਰਾਂ। ਇਹ ਆਖਦੇ ਹੋਏ ਭਗਤ ਹੁਰੀ ਆਪਣੇ ਪਿਤਾ ਰਾਜਾ ਜੀ ਪਾਸ ਆਏ ਤੇ ਆਉਂਦੇ ਸਾਰ ਹੀ ਗੋਦ ਵਿਖੇ ਬੈਠ ਗਏ। ਰਾਜੇ ਨੂੰ ਵੀ ਉਹ ਬਾਲਕ ਆਪਣਾ ਲਹੂ ਹੋਣ ਦੇ ਕਾਰਨ ਪਿਆਰਾ ਲੱਗਾ। ਬੜੇ ਸਤਿਕਾਰ ਨਾਲ ਆਪਣੇ ਪਾਸ ਬਿਠਾ ਲਿੱਤਾ। ਉਸ ਦੀ ਮਰਤਰੇਈ ਮਾਂ ਨੇ ਜਦ ਬਾਲਕ ਨੂੰ ਡਿੱਠਾ ਤਾਂ ਬੜਾ ਕ੍ਰੋਧ ਕਰਨ ਲੱਗੀ ਤੇ ਕੁੜ ਬੜੇ ਕ੍ਰੋਧ ਨਾਲ ਆ ਕੇ ਧਰੂ ਨੂੰ ਬਾਹੋਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਕੱਢ ਦਿੱਤਾ ਤੇ ਆਖਣ ਲੱਗੀ ਕਿ ਪਤਾ ਨਹੀਂ ਕਿਉਂ
ਕਿਸੇ ਦਾ ਐਸਾ ਗੰਦਾ ਮੰਦਾ ਪੁੱਤਰ ਗੋਦ ਵਿਖੇ ਬਿਠਾਇਆ ਹੈ। ਧਰੂ ਡਰਦਾ ਮਾਰਿਆ ਬੜਾ ਉਦਾਸ ਹੋ ਗਿਆ ਤੇ ਘਰ ਨੂੰ ਵਾਪਸ ਆ ਗਿਆ। ਘਰ ਆ ਕੇ ਮਾਤਾ ਨੂੰ ਸਾਰੀ ਗੱਲ ਦੱਸੀ ਤੇ ਫਿਰ ਪੁੱਛਿਆ ਕਿ ਹੇ ਮਾਤਾ ਜੀ, ਇਸ ਮੇਰੇ ਪਿਤਾ ਨੂੰ ਰਾਜਾ ਕਿਸ ਨੇ ਬਣਾਇਆ ਹੈ? ਮਾਂ ਨੇ ਕਿਹਾ, ਪੁੱਤਰ ਜੀ, ਇਸ ਦਾ ਪਿਓ ਰਾਜਾ ਸੀ, ਇਸ ਕਰਕੇ ਇਹ ਵੀ ਰਾਜਾ ਹੋਇਆ। ਭਗਤ ਜੀ ਨੇ ਕਿਹਾ ਕਿ ਉਸ ਨੂੰ ਕਿਸ ਨੇ ਰਾਜਾ ਬਣਾਇਆ ਸੀ? ਮਾਤਾ ਨੇ ਕਿਹਾ ਕਿ ਅਮੁਕੇ ਰਾਜਾ ਨੇ ਉਸ ਨੂੰ ਰਾਜ ਦਿੱਤਾ ਹੈ। ਤਦ ਧਰੂ ਨੇ ਕਿਹਾ, ਉਸ ਨੂੰ ਕਿਸ ਨੇ ਦਿੱਤਾ ਸੀ? ਮਾਤਾ ਨੇ ਕਿਹਾ, ਉਸ ਨੂੰ ਫਲਾਣੇ ਨੇ ਦਿੱਤਾ ਸੀ। ਤਾਂ ਬਾਲਕ ਧਰੂ ਨੇ ਆਖਿਆ ਕਿ ਜਿਹੜਾ ਸਭ ਦਾ ਸਰਤਾਜ ਰਾਜਾ ਹੈ, ਉਸ ਦਾ ਪਤਾ ਦੱਸੋ, ਮੈਂ ਉਸ ਪਾਸੋਂ ਚੱਲ ਕੇ ਰਾਜ ਲਵਾਂ। ਮਾਤਾ ਨੇ ਕਿਹਾ ਕਿ ਸਾਰੇ ਹੀ ਰਾਜੇ ਪਰਮੇਸ਼ਵਰ ਦੇ ਬਣਾਏ ਹੋਏ ਹਨ। ਅਕਾਲ ਪੁਰਖ ਸਭ ਦਾ ਵੱਡਾ ਰਾਜਾ ਹੈ। ਤਦ ਧਰੂ ਪਰਮੇਸ਼ਵਰ ਦੇ ਲੱਭਣ ਤੇ ਹੀ ਘਰੋਂ ਨਿਕਲ ਤੁਰਿਆ। ਜਦ ਇਹ ਖਬਰ ਰਾਜੇ ਨੂੰ ਹੋਈ ਤਾਂ ਉਸਨੇ ਕਿਹਾ, 10 ਵੀ ਪਿੰਡ ਲੈ ਲੈ ਪਰ ਨਾ ਜਾ। ਧਰੂ ਨੇ ਵਿਚਾਰਿਆ ਕਿ ਮੈਂ ਅਜੇ ਤੁਰਿਆ ਹੀ ਹਾਂ ਤਾਂ ਮੈਨੂੰ 10-20 ਘਰਾਂ ਦੀ ਰਾਜਧਾਨੀ ਮਿਲਦੀ ਹੈ ਤੇ ਜੇ ਮੈਂ ਪਰਮੇਸ਼ਵਰ ਪਾਸ ਪਹੁੰਚ ਜਾਵਾਂ ਤਾਂ ਮੈਨੂੰ ਬਹੁਤ ਸਾਰੇ ਰਾਜ ਭਾਗ ਮਿਲਣਗੇ। ਰਾਜੇ ਨੂੰ ਆਖਣ ਲੱਗਾ ਕਿ ਮੈਂ ਨਹੀਂ ਟਲਦਾ, ਜ਼ਰੂਰ ਅੱਗੇ ਜਾਵਾਂਗਾ। ਭਗਤ ਜੀ ਨੇ ਮਨ ਵਿਖੇ ਵਿਚਾਰਿਆ ਕਿ ਉਹ ਕੋਈ ਵੱਡਾ ਹੀ ਰਾਜਾ ਹੋਵੇਗਾ, ਜਿਸ ਦੇ ਬਲ ਤੁਰਨ ਕਰਕੇ ਰਾਜ ਦੇ ਮਿਲਣ ਦੀ ਬਾਤ ਸੁਣੀ ਹੈ। ਗੱਲ ਕਾਦੀ ਕਿ ਰਾਜਾ ਸਾਰਾ ਹੀ ਰਾਜਾਂ ਦੇ ਰਿਹਾ ਹੈ, ਪਰ ਭਗਤ ਜੀ ਨੇ ਅੰਗੀਕਾਰ ਨਾ ਕੀਤਾ। ਅੱਗੋਂ ਬਨ ਵਿਖੇ ਜਾ ਕੇ ਬੜੀ ਭਗਤੀ ਕੀਤੀ। ਪਰਮੇਸ਼ਵਰ ਜੀ ਵੱਡੇ ਦਿਆਲੂ ਹੋ ਗਏ ਤੇ ਅਟਲ ਪਦਵੀ ਬਖਸ਼ਿਸ਼ ਕੀਤੀ। ਇਸ ਦਾ ਭਾਵ ਅਰਥ ਕਿ ਸੰਸਾਰ ਵਿਖੇ ਭਗਤੀ ਦੀ ਪਦਵੀ ਤੇ ਪ੍ਰਲੋਕ ਵਿਖੇ ਉੱਚਾ ਰੁਤਬਾ ਅਕਾਲ ਪੁਰਖ ਨੂੰ ਸੇਵਨ ਕਰਕੇ ਪਾਈਦਾ ਹੈ। ਦੇਖੋ, ਅੱਜ ਤੀਕ ਸਾਰੇ ਧਰੂ ਜੀ ਦੇ ਗੀਤ ਗਾਉਂਦੇ ਹਨ, ਉਹਨਾਂ ਦੀ ਭਗਤੀ ਨੂੰ ਯਾਦ ਕਰਦੇ ਹਨ। ਇਸੇ ਕਰਕੇ ਪ੍ਰਭੂ ਦਾ ਨਾਮ ਲੈਣਾ ਸਭ ਤੋਂ ਵੱਡਾ ਪੁੰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।